ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਤੋਂ ਕੀ ਹੋ ਗਏ ਨੇ ਕੋਰੋਨਾ ਵਾਇਰਸ ਸੰਬੰਧੀ ਅੰਕੜੇ ਤੇ ਨਾਲ ਹੀ ਹਰ ਸੂਬੇ ਤੋਂ ਕੀ ਨੇ ਹਾਲਾਤ। ਜੂਨ 30 ਤੋਂ ਕੈਨੇਡਾ ਬਾਰਡਰ ਖੋਲ੍ਹਣ ਲਈ ਕਰ ਸਕਦਾ ਵੱਡੇ ਐਲਾਨ ਤੇ ਜੂਨ 21 ਤੋਂ ਅਮਰੀਕਾ ਕੈਨੇਡਾ ਦੇ ਬਾਰਡਰ ਬਾਰੇ ਵੀ ਹੋ ਸਕਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਵਿੱਚ ਪੀਆਰ ਦੇ ਲਈ ਪੀਐਨਪੀ ਤਹਿਤ ਕੱਲ੍ਹ ਭੇਜੇ ਗਏ 241 ਇਨਵੀਟੇਸ਼ਨ 105 ਰਿਹਾ ਘੱਟੋ ਘੱਟ ਸਕੋਰ। ਓਨਟਾਰੀਓ ਵਿੱਚ ਐਮਰਜੈਂਸੀ 'ਚ ਕੀਤਾ ਗਿਆ 4 ਹਫ਼ਤੇ ਦਾ ਹੋਰ ਵਾਧਾ, ਨਾਲ ਹੀ ਘਰਾਂ ਵਿੱਚ ਇਕੱਠ ਕਰਕੇ ਪਾਰਟੀਆਂ ਕਰਨ ਤੇ ਲੋਕਾਂ ਨੂੰ ਵਰਜਿਆ ਗਿਆ। ਟੋਰਾਂਟੋ ਵਿੱਚ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਨੇ 2 ਰੈਲੀਆਂ, ਕਾਲੇ ਭਾਈਚਾਰੇ ਦੇ ਹੱਕ 'ਚ ਹੋਣ ਵਾਲੀਆਂ ਰੈਲੀਆਂ ਨੂੰ ਸ਼ਾਂਤਮਈ ਰੱਖਣ ਦੇ ਦਿੱਤੇ ਜਾ ਰਹੇ ਨੇ ਸੰਦੇਸ਼। ਸਰੀ 'ਚ ਪਿਛਲੇ ਸਾਲ ਸੜਕ ਹਾਦਸੇ 'ਚ ਹੋਈ ਸੀ 19 ਸਾਲਾ ਨੌਜਵਾਨ ਬ੍ਰੈਂਡਨ ਪਾਸੀ ਦੀ ਮੌਤ ਮਾਮਲੇ ਵਿੱਚ ਗੱਡੀ ਚਲਾ ਰਹੇ ਨੌਜਵਾਨ ਦਿਲਪ੍ਰੀਤ ਸੰਧੂ ਤੇ 8 ਮਾਮਲੇ ਦਰਜ। ਸਰੀ ਦੇ ਘਰ 'ਚੋਂ ਪੁਲਿਸ ਨੂੰ ਮਿਲੇ ਹਥਿਆਰ, ਨਸ਼ੇ ਤੇ ਕੈਸ਼। ਨਸ਼ਾ ਤਸਕਰੀ ਨਾਲ ਸੰਬੰਧਿਤ ਹੈ ਮਾਮਲਾ। ਕੈਨੇਡਾ ਵਿੱਚ ਕੱਲ੍ਹ ਯਾਨੀ ਕਿ ਵੀਰਵਾਰ ਦੁਪਹਿਰ ਤੋਂ ਲਾਗੂ ਹੋ ਰਹੀਆਂ ਨੇ ਫੇਸ ਮਾਸਕ ਲਈ ਨਵੀਆਂ ਹਦਾਇਤਾਂ। ਖਬਰਾਂ 'ਚ ਦੱਸਾਂਗੇ ਪੂਰੀ ਜਾਣਕਾਰੀ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕੈਨੇਡਾ ਭਰ ਵਿੱਚ ਆਖਿਰ ਕੋਰੋਨਾ ਵਾਇਰਸ ਸੰਬੰਧੀ ਅੰਕੜੇ ਕੀ ਹੋ ਗਏ ਨੇ। ਇੱਥੇ ਵਧੀਆ ਗੱਲ ਇਹ ਹੈ ਕਿ ਹਰ ਸੂਬੇ ਤੋਂ ਜਿੱਥੇ ਇੱਕ ਪਾਸੇ ਅੰਕੜੇ ਬਹੁਤ ਘੱਟ ਸਾਹਮਣੇ ਆ ਰਹੇ ਨੇ ਤਾਂ ਓਨਟਾਰੀਓ ਤੇ ਕਿਊਬੈਕ ਇਹਨਾਂ ਦੋਵਾਂ ਥਾਵਾਂ ਤੋਂ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੰਕੜੇ ਸਾਹਮਣੇ ਆ ਤਾਂ ਰਹੇ ਨੇ, ਪਰ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਇਹਨਾਂ ਅੰਕੜਿਆਂ 'ਚ ਕਮੀ ਵੀ ਦੇਖਣ ਨੂੰ ਮਿਲੀ ਹੈ। ਰੋਜ਼ ਦੀ ਔਸਤਨ ਜੇ ਦੇਖਿਆ ਜਾਵੇ ਹਰ ਰੋਜ਼ ਜੋ ਅੰਕੜੇ ਸਾਹਮਣੇ ਆਉਂਦੇ ਨੇ ਉਸ ਮੁਤਾਬਕ, ਜਿਸ ਤੋਂ ਇੱਕ ਚੰਗੀ ਉਮੀਦ ਵੀ ਪ੍ਰਗਟਾਈ ਜਾ ਰਹੀ ਹੈ। ਕੈਨੇਡਾ ਭਰ ਵਿੱਚ ਹੁਣ ਤੱਕ 93,085 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। 51,048 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 7498 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਤੋਂ 7,076 ਮਾਮਲੇ ਸਾਹਮਣੇ ਆਏ ਨੇ, 145 ਮੌਤਾਂ ਹੋਈਆਂ ਨੇ ਤੇ ਉੱਥੇ 6537 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2623 ਮਾਮਲੇ ਸਾਹਮਣੇ ਆਏ ਨੇ, 166 ਮੌਤਾਂ ਹੋਈਆਂ ਨੇ ਤੇ 2229 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਮੈਨੀਟੋਬਾ ਤੋਂ 298 ਮਾਮਲੇ ਸਾਹਮਣੇ ਆਏ ਨੇ, 282 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 7 ਮੌਤਾਂ ਹੋਈਆਂ ਨੇ। ਨਿਊ ਬਰੁੰਸਵਿਕ ਤੋਂ ਹੁਣ ਤੱਕ 135 ਮਾਮਲੇ ਸਾਹਮਣੇ ਆਏ ਨੇ ਤੇ ਉੱਥੇ 120 ਹੁਣ ਤੱਕ ਠੀਕ ਵੀ ਹੋ ਚੁੱਕੇ ਨੇ। ਨਿਊਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ ਨੇ ਤੇ 3 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਤੇ ਨਿਊਫਾਊਂਡਲੈਂਡ ਵਿੱਚ ਹੁਣ ਤੱਕ 256 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਨੋਵਾ ਸਕੋਸ਼ੀਆ ਵਿੱਚ 1058 ਮਾਮਲੇ ਸਾਹਮਣੇ ਆਏ, ਜਿੱਥੇ 60 ਮੌਤਾਂ ਹੋਈਆਂ ਤੇ 993 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਓਨਟਾਰੀਓ ਤੋਂ 29,047 ਮਾਮਲੇ ਸਾਹਮਣੇ ਆਏ, 373 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਤੇ 22,811 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ ਨੇ ਤੇ 27 ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਕਿਊਬੈਕ ਤੋਂ 51,884 ਮਾਮਲੇ ਸਾਹਮਣੇ ਆਏ ਨੇ ਤੇ 4794 ਮੌਤਾਂ ਹੋ ਚੁੱਕੀਆਂ ਨੇ ਤੇ 17,098 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਸਸਕੈਚਵਨ ਤੋਂ ਹੁਣ ਤੱਕ 647 ਮਾਮਲੇ ਸਾਹਮਣੇ ਆਏ ਨੇ, 11 ਮੌਤਾਂ ਹੋਈਆਂ ਨੇ ਤੇ 602 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਤੇ 5 ਹੀ ਠੀਕ ਹੋ ਚੁੱਕੇ ਨੇ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਤੇ 11 ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਅੱਗੇ ਜਾਣਕਾਰੀ ਕਿ ਕੈਨੇਡਾ ਭਰ ਦੇ ਵਿੱਚ ਜਿਵੇਂ ਵੱਖੋ ਵੱਖਰੇ ਫੈਸਲੇ ਲਏ ਜਾ ਰਹੇ ਨੇ ਤੇ ਸੂਬੇ ਆਪਣੋ ਆਪਣੇ ਪੱਧਰ ਤੇ ਲੈ ਰਹੇ ਨੇ ਫੈਸਲੇ, ਤੇ ਕੈਨੇਡਾ ਸਰਕਾਰ ਨੇ 21 ਜੂਨ ਤੱਕ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਨੂੰ ਬੰਦ ਕਰਨ ਦੇ ਵਾਸਤੇ ਕਿਹਾ ਹੋਇਆ, ਤਾਂ 21 ਜੂਨ ਤੋਂ ਹੋ ਸਕਦਾ ਹੈ ਕਿ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਖੋਲ੍ਹ ਦਿੱਤਾ ਜਾਵੇ ਜਾਂ ਫਿਰ ਕੁਝ ਵੱਖਰੀਆਂ ਹਦਾਇਤਾਂ ਦੇ ਨਾਲ ਇਸ ਬਾਰਡਰ ਨੂੰ ਖੋਲ੍ਹ ਦਿੱਤਾ ਜਾਵੇ, ਕਿਉਂਕਿ ਜੋ ਅੰਕੜੇ ਨੇ ਇਸ ਸਮੇਂ ਕੋਰੋਨਾ ਵਾਇਰਸ ਦੇ ਉਹ ਘਟਦੇ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਚੰਗੇ ਸੰਕੇਤ ਵੀ ਮਿਲ ਰਹੇ ਨੇ ਤੇ ਕਿਹਾ ਗਿਆ ਸੀ ਕਿ ਜੇਕਰ ਚੰਗੇ ਸੰਕੇਤ ਮਿਲਦੇ ਦਿਖਾਈ ਦਿੱਤੇ ਤਾਂ ਬਾਰਡਰ ਖੋਲ੍ਹ ਦਿੱਤੇ ਜਾਣਗੇ। ਤਾਂ ਹੋ ਸਕਦਾ ਹੈ ਕਿ ਆਉਂਦੇ ਕੁਝ ਦਿਨ ਦੇ ਵਿੱਚ ਇਸ ਸੰਬੰਧੀ ਐਲਾਨ ਕਰ ਦਿੱਤਾ ਜਾਵੇ ਕਿ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਨੂੰ 21 ਜੂਨ ਤੋਂ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 30 ਜੂਨ ਤੋਂ ਮੰਨਿਆ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਬਾਰਡਰ ਜੋ ਹੋਰ ਦੇਸ਼ਾਂ ਤੋਂ ਲੋਕ ਬਾਈ ਏਅਰ ਆਉਂਦੇ ਨੇ ਉਹਨਾਂ ਦੇ ਵਾਸਤੇ ਵੀ ਖੋਲ੍ਹੇ ਜਾ ਸਕਦੇ ਨੇ, ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਕਿ ਉਹ ਕੈਨੇਡਾ 'ਚ ਆ ਸਕਦੇ ਨੇ। ਜਿਵੇਂ ਕਿ ਹੁਣ ਤੱਕ ਤਾਂ ਰੋਕ ਲਗਾਈ ਹੋਈ ਹੈ ਕਿ ਸਿਰਫ ਜਿਹੜੇ ਕਾਮੇ ਨੇ ਉਹ ਹੀ ਆ ਸਕਦੇ ਨੇ, ਪੀਆਰ ਆ ਸਕਦੇ ਨੇ, ਸਿਟੀਜ਼ਨ ਆ ਸਕਦੇ ਨੇ ਤੇ ਪੀਆਰ ਦੇ ਮਾਪੇ ਦਾਦਾ ਦਾਦੀ ਆ ਸਕਦੇ ਨੇ
ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਆ ਸਕਦੇ ਨੇ ਜਾਂ ਫਿਰ ਕੁਝ ਹੋਰ ਨੇ ਜਿਨ੍ਹਾਂ ਨੂੰ ਛੋਟ ਮਿਲੀ ਹੋਈ ਹੈ। ਪਰ ਹੋ ਸਕਦਾ ਹੈ ਕਿ 30 ਜੂਨ ਤੋਂ ਇਸ ਛੋਟ ਦੇ ਵਿੱਚ ਵਾਧਾ ਕਰ ਦਿੱਤਾ ਜਾਵੇ ਤੇ ਹੋਰਾਂ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਤਾਂ ਦੂਜੇ ਪਾਸੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਵੀ ਇੰਟਰਨੈਸ਼ਨਲ ਫਲਾਈਟਸ ਨੇ ਜੋ ਉਹਨਾਂ ਦੀ ਬੁਕਿੰਗ ਵੀ ਜਿਵੇਂ ਇਸ ਸਮੇਂ ਚੱਲ ਰਹੀ ਹੈ, ਤਾਂ ਇਸ ਤੋਂ ਕਿਆਸ ਲਗਾਏ ਜਾ ਰਹੇ ਨੇ ਕਿ ਜੁਲਾਈ ਤੋਂ ਸਾਰੇ ਹੀ ਦੇਸ਼ਾਂ ਦੇ ਦਰਮਿਆਨ ਆਵਾਜਾਈ ਮੁੜ ਤੋਂ ਸ਼ੁਰੂ ਹੋ ਸਕਦੀ ਹੈ ਤੇ ਜੁਲਾਈ ਤੋਂ ਇਸ ਦੀ ਸ਼ੁਰੂਆਤ ਕੀਤੇ ਜਾਣ ਦੀ ਤਿਆਰੀ 에ਅਰਲਾਈਨਸ ਦੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਹੋਰ ਜਾਣਕਾਰੀ ਆਉਂਦੇ ਕੁਝ ਦਿਨ ਦੇ ਵਿੱਚ ਸਾਹਮਣੇ ਆ ਸਕਦੀ ਹੈ। ਤੇ ਉਧਰ ਆਇਲਸ ਦੇ ਟੈਸਟ ਨੇ ਜਿਹੜੇ ਉਹਨਾਂ ਦੇ ਵਾਸਤੇ ਵੀ ਜਿਵੇਂ ਤੁਹਾਨੂੰ ਇੱਕ ਰਿਪੋਰਟ ਪਹਿਲਾਂ ਦਿਖਾਈ ਗਈ ਹੈ ਵੱਖੋ ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਟੀਵੀ ਪੰਜਾਬ ਤੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਆਇਲਸ ਦੇ ਜਿਹੜੇ ਇਸ ਸਮੇਂ ਤੁਸੀਂ ਜਦੋਂ ਆਇਲਸ ਸੀਏ ਦੇ ਉੱਤੇ ਜਾ ਕੇ ਦੇਖੋਗੇ ਜਾਂ ਫਿਰ ਇੰਡੀਆ ਦੇ ਵਿੱਚ ਇੰਡੀਆ ਦੇ ਜੋ ਵੈਬਸਾਈਟ ਹੈ ਉਸ ਦੇ ਉੱਤੇ ਜਾ ਕੇ ਦੇਖੋਗੇ ਤਾਂ ਟੈਸਟ ਦੀ ਬੁਕਿੰਗ ਹੈ ਜੋ ਇੰਡੀਆ ਵਿੱਚ ਕਈ ਥਾਵਾਂ ਦੇ ਉੱਤੇ ਹੋ ਰਹੀ ਹੈ ਤੇ ਸਾਰੀਆਂ ਥਾਵਾਂ ਤੇ ਨਹੀਂ ਹੋ ਰਹੀ, ਪਰ ਕੈਨੇਡਾ ਦੇ ਵਿੱਚ ਹੈ ਜੋ ਉਹ ਕਾਫੀ ਥਾਵਾਂ ਦੇ ਉੱਤੇ ਸਤੰਬਰ ਤੋਂ ਸ਼ੁਰੂ ਹੋ ਗਈ ਹੈ ਕਿ 12 ਸਤੰਬਰ ਤੋਂ ਪਹਿਲੀ ਤਰੀਕ ਇਸ ਸਮੇਂ ਦਿਖਾਈ ਗਈ ਹੈ। ਉਸ ਤੋਂ ਪਹਿਲਾਂ ਵੀ ਟੈਸਟ ਦੀ ਬੁਕਿੰਗ ਹੋਈਆਂ ਹੋ ਸਕਦੀਆਂ ਨੇ, ਪਰ ਇਸ ਸਮੇਂ ਜੋ ਤਰੀਕਾਂ ਆ ਰਹੀਆਂ ਨੇ ਉਹ 12 ਸਤੰਬਰ ਤੋਂ ਆ ਰਹੀਆਂ ਨੇ। ਇਸ ਤਰ੍ਹਾਂ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਕਿ ਫੇਸ ਮਾਸਕ ਪਾਉਣ ਦੇ ਵਾਸਤੇ ਦਾਇਰੇ ਨੂੰ ਵਧਾ ਦਿੱਤਾ ਗਿਆ ਹੈ। ਇਸ ਸੰਬੰਧੀ ਟਰਾਂਸਪੋਰਟ ਮਿਨਿਸਟਰ ਨੇ ਜੋ ਕੈਨੇਡਾ ਦੇ ਉਹਨਾਂ ਨੇ ਅੱਜ ਖਾਸ ਐਲਾਨ ਕੀਤਾ, ਜਿਨ੍ਹਾਂ ਨੇ ਇਸ ਦਾਇਰੇ ਨੂੰ ਵਧਾਉਂਦੇ ਹੋਏ ਇਸ ਨੂੰ ਲਾਗੂ ਕਰਨ ਦਾ ਸਮਾਂ ਵੀਰਵਾਰ ਦੁਪਹਿਰ ਤੋਂ ਰੱਖ ਦਿੱਤਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਫੇਸ ਮਾਸਕ ਪਾਉਣ ਦੇ ਵਾਸਤੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਸ ਦਾਇਰੇ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ। ਪਹਿਲਾਂ ਤਾਂ ਸਿਰਫ 에ਅਰਪੋਰਟਸ ਦੇ ਉੱਤੇ ਯਾਤਰੀਆਂ ਨੂੰ ਕਿਹਾ ਗਿਆ ਸੀ ਤੇ ਹੁਣ 에ਅਰਪੋਰਟਸ ਦੇ ਉੱਤੇ ਵੀ, ਜਹਾਜ਼ਾਂ ਦੇ ਵਿੱਚ ਵੀ, ਰੇਲ ਗੱਡੀਆਂ 'ਚ ਵੀ, ਸ਼ਿਪਸ ਵਿੱਚ ਵੀ ਤੇ ਟ੍ਰਾਂਜ਼ਿਟ ਵਿੱਚ ਜਿਹੜੀ ਵੀ ਪਬਲਿਕ ਟਰਾਂਸਪੋਰਟੇਸ਼ਨ ਦੀ ਵਰਤੋਂ ਕੀਤੀ ਜਾਵੇਗੀ ਉਸ ਦੇ ਵਿੱਚ ਫੇਸ ਮਾਸਕ ਪਾਉਣ ਲਈ ਕਿਹਾ ਗਿਆ ਹੈ। ਉਹ ਹਰ ਥਾਂ ਜਿੱਥੇ ਦੋ ਵਿਅਕਤੀਆਂ ਦਰਮਿਆਨ ਜਾਂ ਦੂਜੇ ਵਿਅਕਤੀਆਂ ਦਰਮਿਆਨ 2 ਮੀਟਰ ਤੋਂ ਵੱਧ ਦਾ ਫਾਸਲਾ ਬਣਾਇਆ ਜਾਣਾ ਸੰਭਵ ਨਹੀਂ ਹੈ, ਉਹਨਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਮਾਸਕ ਪਾਉਣ ਦੇ ਲਈ ਕਿਹਾ ਜਾ ਰਿਹਾ ਹੈ, ਜਿਸ ਦੇ ਵਿੱਚ ਉਹ ਕਿਸੇ ਕੱਪੜੇ ਨਾਲ ਵੀ ਆਪਣਾ ਮੂੰਹ ਢੱਕ ਸਕਦੇ ਨੇ ਤਾਂ ਕਿ ਕੋਵਿਡ-19 ਦੇ ਫੈਲਣ ਨੂੰ ਹੋਰ ਜ਼ਿਆਦਾ ਘੱਟ ਕੀਤਾ ਜਾ ਸਕੇ। ਇਸ ਦੇ ਸੰਬੰਧੀ ਜਿਹੜੀਆਂ ਇਹ ਹਦਾਇਤਾਂ ਨੇ ਉਹ ਕੱਲ ਦੁਪਹਿਰ ਤੋਂ ਲਾਗੂ ਹੋ ਜਾਣਗੀਆਂ। ਕੱਲ ਯਾਨੀ ਕਿ ਵੀਰਵਾਰ ਦੁਪਹਿਰ 12 ਵਜੇ ਤੋਂ ਇਹ ਸਾਰੀਆਂ ਹਦਾਇਤਾਂ ਲਾਗੂ ਹੋ ਜਾਣਗੀਆਂ ਜੋ ਕਿ ਫੇਸ ਮਾਸਕ ਦੇ ਸੰਬੰਧੀ ਲਗਾਈਆਂ ਗਈਆਂ ਨੇ। ਇਸ ਦੇ ਵਿੱਚ ਕਿਹਾ ਗਿਆ ਕਿ 에ਅਰਲਾਈਨ ਫਲਾਈਟ ਦੇ ਵਿੱਚ ਜੋ ਕ੍ਰਿਊ ਮੈਂਬਰਸ ਨੇ ਤੇ 에ਅਰਪੋਰਟ ਦੇ ਉੱਤੇ ਜਿੰਨੇ ਵੀ ਕਾਮੇ ਨੇ ਉਹਨਾਂ ਸਾਰਿਆਂ ਨੂੰ ਨਾਨ ਮੈਡੀਕਲ ਮਾਸਕ ਪਾਉਣੇ ਪੈਣਗੇ ਤੇ ਨਾਲ ਹੀ ਯਾਤਰੀਆਂ ਨੂੰ ਵੀ ਸਾਰਿਆਂ ਨੂੰ ਮਾਸਕ ਪਾਉਣੇ ਪੈਣਗੇ। ਇਸ ਦੇ ਨਾਲ ਹੀ ਰੇਲਵੇ ਆਪਰੇਟਰ ਵੀ ਮਾਸਕ ਪਾਉਣਗੇ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਉਹ ਦੂਜਿਆਂ ਤੋਂ ਵਿੱਥ ਬਣਾ ਕੇ 2 ਮੀਟਰ ਦੀ ਨਹੀਂ ਰੱਖ ਸਕਦੇ ਤੇ ਨਾਲ ਹੀ ਰੇਲਵੇ ਆਪਰੇਟਰਸ ਦੇ ਵੱਲੋਂ ਰੇਲ ਗੱਡੀਆਂ ਦੇ ਵਿੱਚ ਯਾਤਰੀਆਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਉਹ ਮਾਸਕ ਪਾ ਕੇ ਹੀ ਰੇਲ ਗੱਡੀਆਂ ਦੇ ਵਿੱਚ ਆਉਣ। ਨਾਲ ਹੀ ਰੇਲਵੇ ਦੇ ਕਾਮਿਆਂ ਨੂੰ ਵੀ ਫੇਸ ਮਾਸਕ ਪਾਉਣ ਦੇ ਲਈ ਕਹਿ ਦਿੱਤਾ ਗਿਆ ਹੈ ਤੇ ਮੈਰੀਨ ਵਰਕਰਸ ਵੀ ਇਸ ਮੌਕੇ ਫੇਸ ਮਾਸਕ ਜ਼ਰੂਰ ਪਾਉਣਗੇ। ਇਸ ਦੇ ਵਾਸਤੇ ਕਹਿ ਦਿੱਤਾ ਗਿਆ ਖਾਸ ਤੌਰ ਦੇ ਉੱਤੇ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਉਹ ਲੋਕਾਂ ਦੇ ਨਾਲ ਵਿਚਰਦੇ ਨੇ। ਇਸ ਦੇ ਨਾਲ ਹੀ ਹੋਰ ਵੀ ਜਿਹੜੀਆਂ ਥਾਵਾਂ ਤੇ ਵੀ ਇੱਕ ਦੂਜੇ ਤੋਂ ਵਿੱਥ ਬਣਾ ਕੇ ਰੱਖਣੀ ਸੰਭਵ ਨਹੀਂ ਹੈ ਉੱਥੇ ਸਭ ਨੂੰ ਕਿਹਾ ਗਿਆ ਕਿ ਉਹ ਫੇਸ ਮਾਸਕ ਜ਼ਰੂਰ ਪਾਉਣ ਤੇ ਬੱਸਾਂ ਦੇ ਵਿੱਚ ਪਹਿਲਾਂ ਤੋਂ ਕਹਿ ਦਿੱਤਾ ਗਿਆ ਸੀ ਪਰ ਲਾਜ਼ਮੀ ਨਹੀਂ ਸੀ ਕੀਤਾ ਗਿਆ, ਪਰ ਇਸ ਦੌਰਾਨ ਹੁਣ ਕਿਹਾ ਜਾ ਰਿਹਾ ਹੈ ਕਿ ਦੂਜਿਆਂ ਦੀ ਸੁਰੱਖਿਆ ਵਾਸਤੇ ਵੀ ਤੇ ਆਪਣੀ ਸੁਰੱਖਿਆ ਵਾਸਤੇ ਵੀ ਫੇਸ ਮਾਸਕ ਪਬਲਿਕ ਥਾਵਾਂ ਦੇ ਉੱਤੇ ਜ਼ਰੂਰ ਪਾਇਆ ਜਾਵੇ। ਅਗਲੀ ਖਬਰ ਹੈ BC-PNP ਦੇ ਬਾਰੇ। ਬ੍ਰਿਟਿਸ਼ ਕੋਲੰਬੀਆ ਵਿੱਚ PNP ਨਾਲ ਸੰਬੰਧਿਤ ਡਰਾਅ ਜੋ ਨਿਕਲਿਆ ਉਹ ਮਾਰਚ ਦੇ ਅੰਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਡਾ ਡਰਾਅ ਨਿਕਲਿਆ ਦੱਸਿਆ ਜਾ ਰਿਹਾ ਹੈ। 241 ਵਿਅਕਤੀਆਂ ਨੂੰ ਇਨਵੀਟੇਸ਼ਨ ਲੈਟਰ ਭੇਜੇ ਗਏ ਨੇ ਤੇ ਜੋ ਸਕੋਰ ਵੀ ਰਿਹਾ ਉਸ ਦੇ ਵਿੱਚ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਮਾਰਚ ਦੇ ਅੰਤ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਵੱਡਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਡਰਾਅ ਨਿਕਲਿਆ ਹੈ। 2 ਜੂਨ ਨੂੰ ਜੋ ਡਰਾਅ ਕੱਢਿਆ ਗਿਆ ਹੈ ਉਸ ਦੇ ਵਿੱਚ 241 ਕੁੱਲ ਸਕਿਲਡ ਵਰਕਰ ਤੇ ਇੰਟਰਨੈਸ਼ਨਲ ਗ੍ਰੈਜੂਏਟ ਕੈਂਡੀਡੇਟਸ ਨੂੰ ਇਨਵੀਟੇਸ਼ਨ ਲੈਟਰ ਭੇਜੇ ਗਏ ਨੇ ਕਿ ਉਹ ਐਕਸਪ੍ਰੈਸ ਐਂਟਰੀ BC ਦੇ ਵਾਸਤੇ ਅਪਲਾਈ ਕਰ ਸਕਦੇ ਨੇ ਤੇ ਨਾਲ ਹੀ ਸਕਿਲਸ ਇਮੀਗ੍ਰੇਸ਼ਨ ਕੈਟਾਗਰੀਜ਼ ਦੇ ਲਈ ਅਪਲਾਈ ਕਰ ਸਕਦੇ ਨੇ। ਜੋ ਘੱਟੋ ਘੱਟ ਸਕੋਰ ਐਕਸਪ੍ਰੈਸ ਐਂਟਰੀ BC ਦੇ ਵਾਸਤੇ ਇਸ ਵਾਰ ਆਇਆ ਉਹ ਸਕਿਲਡ ਵਰਕਰਸ ਦੇ ਲਈ 105 ਸੀ ਤੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ ਵੀ 105 ਹੀ ਸੀ। ਜੇਕਰ ਐਂਟਰੀ ਲੈਵਲ ਤੇ ਸੈਮੀ ਸਕਿਲਡ ਦੀ ਗੱਲ ਕਰੀਏ ਤਾਂ ਉਹਨਾਂ ਦਾ ਘੱਟੋ ਘੱਟ ਸਕੋਰ 81 ਤੱਕ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪਹਿਲਾਂ ਵੀ ਦੱਸਿਆ ਸੀ ਕਿ ਕਰੋਨਾ ਵਾਇਰਸ ਕਰਕੇ ਡਰਾਅ ਨਿਕਲਣ ਦੇ ਉੱਤੇ ਫਰਕ ਪੈ ਸਕਦਾ ਹੈ, ਜਿਸ ਦੇ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਈ ਸੇਲਸ ਤੇ ਸਰਵਿਸ ਦੀਆਂ ਨੌਕਰੀਆਂ ਡਰਾਅ ਦੇ ਵਿੱਚੋਂ ਬਾਹਰ ਕੱਢ ਦਿੱਤੀਆਂ ਸਨ।
ਇੱਥੇ ਜ਼ਿਕਰਯੋਗ ਹੈ ਜਿਹੜੇ SI ਸਕਿਲਡ ਵਰਕਰ ਨੇ ਉਹਨਾਂ ਦਾ ਤੇ ਜੋ SI ਇੰਟਰਨੈਸ਼ਨਲ ਗ੍ਰੈਜੂਏਟ ਨੇ ਉਹਨਾਂ ਦਾ ਜਿਹੜਾ ਘੱਟੋ ਘੱਟ ਸਕੋਰ ਹੈ ਉਹ ਇਸ ਵਾਰ 100 ਤੱਕ ਗਿਆ ਹੈ, ਜਿਸ ਦੇ ਬਾਰੇ ਸਾਰੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਦਿੱਤੀ ਗਈ ਹੈ, ਜਿੱਥੇ ਕਿ ਸਕਿਲਸ ਇਮੀਗ੍ਰੇਸ਼ਨ ਐਂਡ ਐਕਸਪ੍ਰੈਸ ਐਂਟਰੀ BC ਦੇ ਨਾਲ ਜਾਣਕਾਰੀ ਉੱਥੇ ਜਾ ਕੇ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਉੱਥੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਿਹੜੇ NOC ਨੇ ਜੋ ਇਸ ਵਿੱਚ ਇਸ ਵਾਰ ਸ਼ਾਮਲ ਨਹੀਂ ਕੀਤੇ ਗਏ। ਉਸ ਦੇ ਵਿੱਚ ਵੱਖੋ ਵੱਖਰੇ NOC ਨੰਬਰ ਦੱਸੇ ਗਏ, ਜਿੱਥੇ 0621 0631 0632 ਇਸੇ ਤਰ੍ਹਾਂ ਕਾਫੀ ਨੰਬਰ ਦੱਸੇ ਗਏ ਨੇ ਜਿਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਾਅਦ ਹਾਲਾਤ ਜਿਵੇਂ ਆਮ ਦੀ ਤਰ੍ਹਾਂ ਹੁੰਦੇ ਜਾਪ ਰਹੇ ਨੇ ਤਾਂ ਇਮੀਗ੍ਰੇਸ਼ਨ ਦਾ ਕੰਮ ਵੀ ਹੋਰ ਜ਼ਿਆਦਾ ਤੇਜ਼ੀ ਨਾਲ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜੋ PNP ਪ੍ਰੋਗਰਾਮ ਨੇ, ਵੱਖੋ ਵੱਖਰੇ ਉਹਨਾਂ ਦੇ ਆਪੋ ਆਪਣੇ ਪ੍ਰੋਵਿੰਸ਼ੀਅਲ ਪ੍ਰੋਗਰਾਮ ਨੇ, ਉਹਨਾਂ ਤਹਿਤ ਇਨਵੀਟੇਸ਼ਨ ਭੇਜੇ ਜਾ ਰਹੇ ਨੇ। ਫੈਡਰਲ ਸਰਕਾਰ ਦੇ ਵੱਲੋਂ ਵੀ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਤਾਂ ਇਸ ਦੇ ਨਾਲ ਹੀ ਇਹ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਬਾਰ-ਬਾਰ ਕਿ ਜਿਹੜਾ ਵੀ ਆਨਲਾਈਨ ਕੰਮ ਹੈ ਉਹ ਕਰ ਲਿਆ ਜਾਵੇ ਕਿ ਐਪਲੀਕੇਸ਼ਨਸ ਜੇ ਅਧੂਰੀਆਂ ਵੀ ਨੇ ਤਾਂ ਲਗਾਈਆਂ ਜਾ ਸਕਦੀਆਂ ਨੇ। ਇਸ ਦੇ ਨਾਲ ਹੀ ਅਗਲੀ ਖਬਰ ਓਨਟਾਰੀਓ ਤੋਂ ਹੈ, ਜਿੱਥੇ ਕਿ 4 ਹੋਰ ਹਫ਼ਤੇ ਵਾਸਤੇ ਐਮਰਜੈਂਸੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਸਿਹਤ ਸੰਬੰਧੀ ਐਮਰਜੈਂਸੀ ਵੱਖੋ ਵੱਖਰੇ ਸੂਬਿਆਂ ਨੇ ਲਾਈ ਹੋਈ ਹੈ, ਜਿਸ ਦੀਆਂ ਤਰੀਕਾਂ ਨੂੰ ਸਮੇਂ-ਸਮੇਂ ਉੱਤੇ ਵਧਾਇਆ ਜਾ ਰਿਹਾ ਹੈ ਤੇ ਓਨਟਾਰੀਓ ਵਿੱਚ ਅੱਜ ਐਲਾਨ ਕੀਤਾ ਗਿਆ ਕਿ 4 ਹੋਰ ਹਫ਼ਤੇ ਵਾਸਤੇ ਇਸ ਐਮਰਜੈਂਸੀ 'ਚ ਵਾਧਾ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਵੱਖੋ ਵੱਖਰੇ ਮਾਮਲਿਆਂ ਦੇ ਉੱਤੇ ਰੈਲੀਆਂ ਕੁਝ ਲੋਕ ਕਰ ਰਹੇ ਨੇ, ਮਾਰਚ ਕੱਢ ਰਹੇ ਨੇ, ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਤਾਂ ਉਹ ਕਿਸੇ ਵੀ ਹਦਾਇਤ ਦਾ ਧਿਆਨ ਨਹੀਂ ਰੱਖਦੇ, ਜਿਸ ਦੇ ਵਾਸਤੇ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਉਹਨਾਂ ਨੂੰ ਵਰਜਿਆ ਵੀ ਗਿਆ। ਇਸ ਮੌਕੇ ਇਹ ਵੀ ਕਿਹਾ ਗਿਆ ਕਿ ਜਿਹੜੇ ਉਹਨਾਂ ਦੇ ਨਾਲ ਕਈ ਲੀਡਰ ਵੀ ਸ਼ਾਮਲ ਨੇ, ਉਹਨਾਂ ਨੂੰ ਵੀ ਕਿਹਾ ਗਿਆ ਕਿ ਕਾਫੀ ਸ਼ਰਮਨਾਕ ਗੱਲ ਹੈ ਕਿ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਲੋਕਡਾਊਨ ਦੇ ਖਿਲਾਫ ਵੀ ਵਿਰੋਧ ਕੀਤੇ ਜਾਣ ਦੇ ਜਿਹੜੇ ਪ੍ਰਦਰਸ਼ਨ ਕੀਤੇ ਗਏ ਉਸ ਦੇ ਵਿੱਚ ਵੀ ਸਿਹਤ ਵਿਭਾਗ ਦੇ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਹੋਈ ਹੈ। ਤੇ ਉਧਰ ਟੋਰਾਂਟੋ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਸਮੇਂ ਚੇਤਾਵਨੀ ਦਿੱਤੀ ਗਈ ਹੈ ਕਿ ਵੱਖੋ ਵੱਖਰੇ ਘਰਾਂ ਦੇ ਵਿੱਚ ਗੈਦਰਿੰਗਸ ਕਰਨ ਦੇ ਜੋ ਮਾਮਲੇ ਸਾਹਮਣੇ ਆਏ ਨੇ ਕਿ ਪਰਿਵਾਰ ਵੀਕਐਂਡ ਦੇ ਉੱਤੇ ਇਕੱਠੇ ਹੋਏ ਤੇ ਇਸ ਸੰਬੰਧੀ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਅਜਿਹਾ ਨਾ ਕੀਤਾ ਜਾਵੇ, ਕਿਉਂਕਿ ਓਨਟਾਰੀਓ ਤੋਂ ਮਾਮਲੇ ਹਜੇ ਘੱਟ ਹੋਣੇ ਸ਼ੁਰੂ ਨਹੀਂ ਹੋਏ ਨੇ। ਜ਼ਿਆਦਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਜੇ ਵੀ ਆ ਰਹੇ ਨੇ, ਮੌਤਾਂ ਵੀ ਹੋ ਰਹੀਆਂ ਨੇ, ਜਿਸ ਨੂੰ ਕਿ ਗੰਭੀਰਤਾ ਨਾਲ ਲਏ ਜਾਣ ਦੀ ਗੱਲ ਕਹੀ ਗਈ ਹੈ ਤੇ ਇਸੇ ਨੂੰ ਦੇਖਦੇ ਹੋਏ 4 ਹੋਰ ਹਫ਼ਤੇ ਵਾਸਤੇ ਐਮਰਜੈਂਸੀ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਤੇ ਉਧਰ ਟੋਰਾਂਟੋ ਦੇ ਵਿੱਚ ਇਸ ਸ਼ਨੀਵਾਰ 2 ਰੈਲੀਆਂ ਹੋਣ ਜਾ ਰਹੀਆਂ ਨੇ। ਕਾਲੇ ਭਾਈਚਾਰੇ ਦੇ ਹੱਕ ਦੇ ਵਿੱਚ ਇਹਨਾਂ ਰੈਲੀਆਂ ਨੂੰ ਕੀਤੇ ਜਾਣ ਸੰਬੰਧੀ ਐਲਾਨ ਕੀਤੇ ਗਏ ਨੇ। ਟੋਰਾਂਟੋ ਵਿੱਚ ਕਾਲੇ ਭਾਈਚਾਰੇ ਤੇ ਹੁੰਦੇ ਨਸਲੀ ਟਿੱਪਣੀਆਂ ਤੇ ਨਸਲੀ ਹਮਲਿਆਂ ਦੇ ਵਿਰੋਧ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਇਸ ਵੀਕਐਂਡ ਦੇ ਉੱਤੇ ਰੈਲੀਆਂ ਇਹ ਕੱਢੀਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਫਲਾਇਰਸ ਵੀ ਵੰਡੇ ਜਾ ਰਹੇ ਨੇ ਤੇ ਇਨਵੀਟੇਸ਼ਨ ਵੀ ਦਿੱਤੇ ਜਾ ਰਹੇ ਨੇ। ਇੱਕ ਰੈਲੀ ਨੈਥਨ ਫਿਲਿਪਸ ਸਕੁਆਇਰ ਦੇ ਉੱਤੇ ਦੁਪਹਿਰ 2 ਵਜੇ ਸ਼ਨੀਵਾਰ ਨੂੰ ਕੱਢੀ ਜਾ ਰਹੀ ਹੈ, ਜਿਸ ਦਾ ਮੁੱਖ ਸਲੋਗਨ ਰੱਖਿਆ ਗਿਆ ਹੈ ਟੇਕ ਅ ਸਟੈਂਡ ਐਂਡ ਫਾਈਟ ਦ ਇਨਜਸਟਿਸ। ਤੇ ਦੂਜੀ ਰੈਲੀ ਵੀ 2 ਵਜੇ ਹੀ ਕੱਢੀ ਜਾ ਰਹੀ ਹੈ, ਜਿਸ ਨੂੰ ਕਿ ਇੱਕ ਸ਼ਾਂਤਮਈ ਢੰਗ ਨਾਲ ਕੀਤਾ ਜਾਣ ਵਾਲਾ ਪ੍ਰਦਰਸ਼ਨ ਤੇ ਨਾਲ ਮਾਰਚ ਦੱਸਿਆ ਗਿਆ ਹੈ, ਜੋ ਕਿ ਟ੍ਰਾਇੰਟੀ ਬੈਲਵੁੱਡਸ ਪਾਰਕ ਤੋਂ ਕੁਈਨਸ ਪਾਰਕ ਤੱਕ ਮਾਰਚ ਕੱਢਿਆ ਜਾਵੇਗਾ, ਜਿਸ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਹਿੱਸਾ ਲੈਣ ਦੇ ਵਾਸਤੇ ਕਿਹਾ ਜਾ ਰਿਹਾ ਹੈ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਇੱਕ ਪਾਸੇ ਲੋਕਾਂ ਨੇ ਪਹੁੰਚਣਾ ਤਾਂ ਨਾਲ ਹੀ ਸ਼ਾਂਤੀ ਵੀ ਬਣਾਈ ਰੱਖੀ ਜਾਵੇ। ਇਸ ਦੌਰਾਨ ਟੋਰਾਂਟੋ ਦੇ ਮੇਅਰ ਜੌਨ ਟੋਰੀ ਦੇ ਵੱਲੋਂ ਵੀ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਇਹ ਰੈਲੀਆਂ ਕੁਝ ਉਸੇ ਤਰ੍ਹਾਂ ਦੀਆਂ ਹੋਣਗੀਆਂ ਜਿਵੇਂ ਕਿ ਅੱਗੇ ਸ਼ਾਂਤਮਈ ਢੰਗ ਦੇ ਨਾਲ ਕੱਢੀਆਂ ਜਾਂਦੀਆਂ ਨੇ, ਜਿਸ ਸੰਬੰਧੀ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਇਕੱਠੇ ਹੋਣ ਵਾਸਤੇ ਲੋਕਾਂ ਵੱਲੋਂ ਇੱਕ ਦੂਜੇ ਨੂੰ ਬੁਲਾਇਆ ਵੀ ਜਾ ਰਿਹਾ ਹੈ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਤੇ ਵੀ ਅਜਿਹਾ ਕਿਸੇ ਦੇ ਵੱਲੋਂ ਕੁਝ ਵੀ ਨਾ ਕੀਤਾ ਜਾਵੇ ਕਿ ਇਹ ਰੈਲੀਆਂ ਹਿੰਸਾ ਦਾ ਰੂਪ ਧਾਰ ਲੈਣ। ਅਗਲੀ ਖਬਰ ਹੈ, ਸਰੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਪਿਛਲੇ ਸਾਲ 2019 ਵਿੱਚ ਮਈ 18 ਨੂੰ, ਜਿਸ ਦੇ ਵਿੱਚ ਇੱਕ ਕੈਨੇਡਾ ਦਾ ਹੋਣਹਾਰ ਖਿਡਾਰੀ ਬ੍ਰੈਂਡਨ ਬਾਸੀ ਚੱਲ ਵਸਿਆ ਸੀ ਤੇ ਕਈ ਨੌਜਵਾਨ ਉਸ ਦੇ ਨਾਲ ਮੌਜੂਦ ਸਨ ਤੇ ਇਸ ਵਿੱਚ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਜੋ ਇਸ ਸਮੇਂ ਗੱਡੀ ਚਲਾ ਰਿਹਾ ਸੀ, ਉਸ ਦੇ ਉੱਤੇ 8 ਮਾਮਲੇ ਦਰਜ ਕਰ ਦਿੱਤੇ ਗਏ ਨੇ। ਸਰੀ ਵਿੱਚ ਪਿਛਲੇ ਸਾਲ ਮਈ 18 2019 ਨੂੰ ਭਿਆਨਕ ਸੜਕ ਹਾਦਸਾ ਵਾਪਰਿਆ, ਜੋ ਕਿ ਅੱਧੀ ਰਾਤ ਤੋਂ ਬਾਅਦ ਵਾਪਰਿਆ ਸੀ, ਜਦੋਂ 19 ਸਾਲਾ ਹੋਣਹਾਰ ਖਿਡਾਰੀ ਬ੍ਰੈਂਡਨ ਬਾਸੀ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਗੱਡੀ 'ਚ ਮੌਜੂਦ 4 ਨੌਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚ ਬ੍ਰੈਂਡਨ ਬਾਸੀ ਦੀ ਹਾਲਤ ਸਭ ਤੋਂ ਜ਼ਿਆਦਾ ਗੰਭੀਰ ਸੀ ਤੇ ਉਸਨੇ ਬਾਅਦ ਵਿੱਚ ਦਮ ਤੋੜ ਦਿੱਤਾ ਸੀ। ਤੇ ਇਸੇ ਮਾਮਲੇ ਵਿੱਚ ਜੂਨ 1 2020 ਨੂੰ ਦਿਲਪ੍ਰੀਤ ਸੰਧੂ ਦੇ ਉੱਤੇ 8 ਮਾਮਲੇ ਦਰਜ ਕੀਤੇ ਗਏ ਨੇ। ਸਰੀ RCMP ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਕ੍ਰਿਮੀਨਲ ਕੋਲੀਜਨ ਇਨਵੈਸਟੀਗੇਸ਼ਨ ਟੀਮ ਨੇ ਇੰਟੀਗ੍ਰੇਟਿਡ ਕੋਲੀਜਨ ਐਨਾਲਾਈਸਿਸ ਰੀਕਨਸਟਰਕਸ਼ਨ ਸਰਵਿਸ ਦੇ ਨਾਲ ਮਿਲ ਕੇ ਜਾਂਚ ਕੀਤੀ
ਤੇ ਪੂਰੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਗੱਡੀ ਚਲਾਉਣ ਵਾਲੇ ਨੌਜਵਾਨ ਦੇ ਵੱਲੋਂ ਬਹੁਤ ਜ਼ਿਆਦਾ ਅਣਗਹਿਲੀ ਵਰਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਹਾਦਸਾ ਵਾਪਰਨ ਤੋਂ ਬਾਅਦ 2 ਨੌਜਵਾਨ ਉੱਥੋਂ ਭੱਜ ਵੀ ਗਏ ਸੀ। ਹੁਣ ਇਸੇ ਮਾਮਲੇ ਵਿੱਚ ਦਿਲਪ੍ਰੀਤ ਸੰਧੂ ਜੋ ਕਿ ਗੱਡੀ ਚਲਾ ਰਿਹਾ ਸੀ ਉਸ ਦੇ ਉੱਤੇ 8 ਮਾਮਲੇ ਦਰਜ ਕੀਤੇ ਗਏ ਨੇ। ਪੁਲਿਸ ਨੇ ਕਿਹਾ ਕਿ ਇਹ ਕਾਫੀ ਜ਼ਿਆਦਾ ਭਿਆਨਕ ਹਾਦਸਾ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਵੀ ਚਲੀ ਗਈ, ਜਿਸ ਦੇ ਵਿੱਚ ਉਹ ਲੰਮੇ ਚਿਰ ਤੋਂ ਜਾਂਚ ਕਰ ਰਹੇ ਸਨ ਕਿ ਅਸਲ 'ਚ ਜਿਸ ਦਾ ਇਸ ਹਾਦਸੇ ਪਿੱਛੇ ਕਸੂਰ ਸੀ ਉਸੇ ਨੂੰ ਚਾਰਜ ਕੀਤਾ ਜਾਵੇ। ਤੇ ਹੁਣ 8 ਮਾਮਲੇ ਦਰਜ ਕਰ ਦਿੱਤੇ ਗਏ ਨੇ ਦਿਲਪ੍ਰੀਤ ਸੰਧੂ ਦੇ ਉੱਤੇ। ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਇਸ ਜਾਂਚ ਦੇ ਬਾਰੇ ਕਿਸੇ ਨੂੰ ਕੋਈ ਹੋਰ ਜਾਣਕਾਰੀ ਹੈਗੀ ਹੈ ਤੇ ਪੁਲਿਸ ਦੇ ਨਾਲ ਉਹਨਾਂ ਨੇ ਸੰਪਰਕ ਕਰਨਾ ਹੈ ਤਾਂ 604 59 90 502 ਤੇ ਸਿੱਧਾ ਸੰਪਰਕ ਵੀ ਕੀਤਾ ਜਾ ਸਕਦਾ ਹੈ। ਅਗਲੀ ਖਬਰ ਵੀ ਸਰੀ ਤੋਂ ਹੀ ਹੈ, ਜਿੱਥੇ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ। ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਸ਼ਾ ਤਸਕਰੀ ਨਾਲ ਸੰਬੰਧਿਤ ਉਹਨਾਂ ਨੂੰ ਖਬਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹ ਕਈ ਦਿਨ ਤੱਕ ਜਾਂਚ ਕਰਦੇ ਰਹੇ ਤੇ ਫਿਰ ਜਦੋਂ ਉਹਨਾਂ ਨੂੰ ਉਸ ਦੇ ਉੱਤੇ ਸਬੂਤ ਵੀ ਮਿਲੇ ਤਾਂ ਛਾਪੇਮਾਰੀ ਘਰ ਦੇ ਵਿੱਚ ਕੀਤੀ ਗਈ ਤਾਂ ਉਹਨਾਂ ਨੂੰ ਉੱਥੇ ਤੋਂ ਹਥਿਆਰ, ਨਸ਼ਾ, ਕੈਸ਼ ਤੇ ਹੋਰ ਕਾਫੀ ਕੁਝ ਮਿਲਿਆ। ਸਰੀ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਕਮਿਊਨਿਟੀ ਰਿਸਪੌਂਸ ਯੂਨਿਟ ਦੇ ਵੱਲੋਂ ਜਾਂਚ ਕਰਦੇ ਹੋਏ ਗਿਲਫਰਡ ਖੇਤਰ ਵਿੱਚ ਇੱਕ ਘਰ ਵਿੱਚੋਂ ਹਥਿਆਰ, ਕੈਸ਼ ਬਰਾਮਦ ਕੀਤਾ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰੀ ਆਰਸੀਐਮਪੀ ਨੇ ਦੱਸਿਆ ਕਿ ਉਹਨਾਂ ਨੂੰ ਨਸ਼ਾ ਤਸਕਰੀ ਸੰਬੰਧੀ ਸ਼ਿਕਾਇਤ ਮਿਲੀ ਸੀ ਮਈ 18, 2020 ਨੂੰ, ਜਿਸ ਤੋਂ ਬਾਅਦ ਸਰੀ ਆਰਸੀਐਮਪੀ CRU ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਤੋਂ ਬਾਅਦ ਉਹਨਾਂ ਨੇ ਸਰਚ ਵਾਰੰਟ ਕੱਢਿਆ 152 ਬਲਾਕ 105 ਐਵੇਨਿਊ ਤੇ ਇੱਕ ਘਰ ਦੇ ਵਾਸਤੇ ਜੋ ਕਿ ਮਈ 28, 2020 ਦੇ ਵਾਸਤੇ ਨੂੰ ਕੱਢਿਆ ਗਿਆ। ਤੇ ਉੱਥੇ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਉੱਥੇ ਕਾਫੀ ਕੁਝ ਅਜਿਹਾ ਮਿਲਿਆ ਜੋ ਕਿ ਗੈਰ ਕਾਨੂੰਨੀ ਸੀ, ਜਿੱਥੇ ਰਾਈਫਲ ਮਿਲੀ, ਰੌਂਦ ਮਿਲੇ, ਟੇਜ਼ਰ ਮਿਲਿਆ ਤੇ $12,000 ਦੇ ਕਰੀਬ ਕੈਸ਼ ਮਿਲਿਆ ਤੇ ਨਾਲ ਹੀ ਹੈਰੋਇਨ, ਫੈਂਟਨਲ ਤੇ ਮੈਥਾਮਫੈਟਾਮਾਈਨ ਵੀ ਮਿਲੀ। ਵੱਖੋ ਵੱਖਰੇ ਨਸ਼ੇ ਇਸ ਮੌਕੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪੁਲਿਸ ਨੂੰ ਮਿਲੇ, ਜਿਸ ਸੰਬੰਧੀ ਉਹਨਾਂ ਨੇ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਤਸਵੀਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਸਾਰੀਆਂ ਚੀਜ਼ਾਂ ਉਸ ਘਰ ਦੇ ਵਿੱਚੋਂ ਮਿਲੀਆਂ ਨੇ। ਘਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਤੁਰੰਤ ਕਰ ਲਿਆ ਗਿਆ ਸੀ, ਪਰ ਹਜੇ ਤੱਕ ਉਸ ਦੇ ਉੱਤੇ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ। ਇਸ ਦੇ ਉੱਤੇ ਪੂਰੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਇਸ ਦੇ ਉੱਤੇ ਸ਼ਿਕਾਇਤ ਕੋਈ ਕਰਨੀ ਹੋਵੇ ਤਾਂ 6045990502 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਆਪਣੀ ਪਛਾਣ ਨੂੰ ਲੁਕੋ ਕੇ ਤੁਸੀਂ ਸ਼ਿਕਾਇਤ ਕਰਨੀ ਹੈ ਤਾਂ ਕ੍ਰਾਈਮ ਸਟਾਪਰਸ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਹੈ, ਜਿਵੇਂ ਕਿ ਵੱਖੋ ਵੱਖਰੀਆਂ ਫੈਡਰਲ ਪਾਰਟੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਆਪਣੇ ਲੀਡਰਾਂ ਦੀ ਚੋਣ ਨਾਲ ਸੰਬੰਧਿਤ। ਤੇ ਗ੍ਰੀਨ ਪਾਰਟੀ ਦੀ ਜੇ ਗੱਲ ਕਰੀਏ ਤਾਂ ਐਲਿਜ਼ਾਬੈਥ ਮੇ ਦੇ ਵੱਲੋਂ ਲੀਡਰ ਵਜੋਂ ਆਪਣੀ ਕੁਰਸੀ ਨੂੰ ਛੱਡਣ ਦਾ ਐਲਾਨ ਪਿਛਲੇ ਸਾਲ ਕਰ ਦਿੱਤਾ ਗਿਆ ਸੀ ਤੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਗ੍ਰੀਨ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਹੋਣੀ ਹੈ ਤੇ ਉਸੇ ਸੰਬੰਧੀ ਹੁਣ ਐਲਾਨ ਕੀਤਾ ਗਿਆ ਕਿ ਇਹ ਚੋਣ ਆਨਲਾਈਨ ਹੋਵੇਗੀ। ਗ੍ਰੀਨ ਪਾਰਟੀ ਦੇ ਵੱਲੋਂ ਆਪਣੇ ਨਵੇਂ ਲੀਡਰ ਦੀ ਚੋਣ ਆਨਲਾਈਨ ਹੀ ਕੀਤੀ ਜਾਵੇਗੀ। ਆਨਲਾਈਨ ਸਾਰੇ ਇੱਕ ਸਮੇਂ ਦੇ ਉੱਤੇ ਇਕੱਠੇ ਹੋਣਗੇ ਤੇ ਪਾਰਟੀ ਦੇ ਵਿੱਚ ਇਸ ਸੰਬੰਧੀ ਲੀਡਰ ਦੀ ਚੋਣ ਕੀਤੀ ਜਾਵੇਗੀ। ਐਲਿਜ਼ਾਬੈਥ ਮੇ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। 14 ਸਾਲ ਦੇ ਸਮੇਂ ਵਿੱਚ ਪਹਿਲੀ ਵਾਰ ਅਕਤੂਬਰ ਮਹੀਨੇ ਆਨਲਾਈਨ ਐਲਾਨ ਕੀਤਾ ਜਾਵੇਗਾ ਕਿ ਪਾਰਟੀ ਦਾ ਅਗਲਾ ਲੀਡਰ ਕੌਣ ਹੋਵੇਗਾ, ਜਿਸ ਦੇ ਲਈ ਸਾਬਕਾ ਲੀਡਰ ਐਲਿਜ਼ਾਬੈਥ ਮੇ ਦੇ ਵੱਲੋਂ ਜਾਣਕਾਰੀ ਅੱਜ ਦਿੱਤੀ ਗਈ ਹੈ, ਜਿਨ੍ਹਾਂ ਕਿਹਾ ਕਿ ਕੋਵਿਡ-19 ਦੇ ਕਰਕੇ ਵੱਡੇ ਇਵੈਂਟ ਨਹੀਂ ਹੋ ਸਕਦੇ, ਜਿਸ ਕਰਕੇ ਅਕਤੂਬਰ ਦੇ ਵਿੱਚ ਆਨਲਾਈਨ ਹੀ ਇਸ ਸੰਬੰਧੀ ਐਲਾਨ ਹੋਵੇਗਾ। ਗ੍ਰੀਨ ਪਾਰਟੀ ਦੇ ਲੀਡਰ ਵਜੋਂ ਹੁਣ ਤੱਕ 7 ਵਿਅਕਤੀ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਵੱਲੋਂ ਲੀਡਰ ਦੇ ਵਜੋਂ ਕੰਮ ਕਰਨ ਵਾਸਤੇ ਇੱਛਾ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ ਨੇ ਸ਼ੁਰੂਆਤ ਵਿੱਚ 1,000 ਦਾ ਡਿਪੋਜ਼ਿਟ ਵੀ ਦੇ ਦਿੱਤਾ ਹੈ ਤੇ ਅੱਜ ਅਰਜ਼ੀਆਂ ਲੈਣੀਆਂ ਪਾਰਟੀ ਦੇ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਨੂੰ ਲੈ ਕੇ $9,000 ਕੁਝ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਮ੍ਹਾਂ ਕਰਵਾਏ ਜਾਣਗੇ, ਜਿਸ ਦੇ ਲਈ ਅਗਸਤ ਦੇ ਅੰਤ ਤੱਕ $20,000 ਦਿੱਤੇ ਜਾਣਗੇ। ਤੇ ਨਾਲ ਹੀ ਇੱਥੇ ਜ਼ਿਕਰਯੋਗ ਹੈ ਕਿ $30,000 ਫੀਸ ਇਸ ਦੇ ਵਾਸਤੇ ਰੱਖੀ ਗਈ ਹੈ, ਜੋ ਕਿ 15 ਗੁਣਾ ਹੈ ਉਸ ਸਮੇਂ ਤੋਂ ਜਦੋਂ ਐਲਿਜ਼ਾਬੈਥ ਮੇ ਲੀਡਰ ਬਣੀ ਸੀ ਸਾਲ 2006 ਦੇ ਵਿੱਚ। ਤੇ ਇਸ ਦਾ ਜ਼ਿਕਰ ਕਰਦੇ ਹੋਏ ਐਲਿਜ਼ਾਬੈਥ ਮੇ ਨੇ ਵੀ ਕਿਹਾ ਕਿ ਜਦੋਂ ਉਹ ਲੀਡਰ ਬਣੀ ਸੀ ਤਾਂ ਉਸ ਸਮੇਂ ਪਾਰਟੀ ਦੀ ਹਾਲਤ ਕੁਝ ਹੋਰ ਸੀ ਤੇ ਹੁਣ ਪਾਰਟੀ ਦੇ 3 MP ਪਾਰਲੀਮੈਂਟ ਦੇ ਵਿੱਚ ਮੌਜੂਦ ਨੇ ਤੇ ਪਾਰਟੀ ਕਾਫੀ ਜ਼ਿਆਦਾ ਅੱਗੇ ਪਹੁੰਚ ਚੁੱਕੀ ਹੈ। ਇੱਥੇ ਜ਼ਿਕਰਯੋਗ ਹੈ ਕਿ ਐਲਿਜ਼ਾਬੈਥ ਮੇ ਨੇ ਪਿਛਲੇ ਸਾਲ ਐਲਾਨ ਕਰ ਦਿੱਤਾ ਸੀ ਕਿ ਉਹ ਹੁਣ ਗ੍ਰੀਨ ਪਾਰਟੀ ਦੇ ਲੀਡਰ ਵਜੋਂ ਕੰਮ ਨਹੀਂ ਕਰੇਗੀ, ਪਰ MP ਵਜੋਂ ਕੰਮ ਕਰਦੀ ਰਹੇਗੀ। ਤੇ ਇਸ ਸੰਬੰਧੀ ਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਨਾਮਜ਼ਦਗੀਆਂ ਆ ਗਈਆਂ ਨੇ ਤੇ ਇਸ ਦੇ ਉੱਤੇ ਹੁਣ VOTING ਵੀ ਸ਼ੁਰੂ ਹੋਵੇਗੀ ਤੇ ਅਕਤੂਬਰ ਮਹੀਨੇ ਦੇ ਵਿੱਚ ਲੀਡਰ ਦਾ ਐਲਾਨ ਕਰ ਦਿੱਤਾ ਜਾਵੇਗਾ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਦੇ ਵੱਲੋਂ ਅੱਜ ਖਾਸ ਜਾਣਕਾਰੀ ਦਿੱਤੀ ਗਈ। ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਜਿੱਥੇ ਇੱਕ ਪਾਸੇ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਦਾ ਆਉਣਾ ਵੀ ਜਾਰੀ ਹੈ ਤਾਂ ਨਾਲ ਹੀ ਬ੍ਰਿਟਿਸ਼ ਕੋਲੰਬੀਆ ਵਿੱਚ ਅਗਲੇ ਪੜਾਅ ਤਹਿਤ ਆਰਥਿਕਤਾ ਨੂੰ ਖੋਲ੍ਹਣ ਵਾਸਤੇ ਨਵੇਂ ਫੈਸਲੇ ਜਲਦ ਲਏ ਜਾ ਸਕਦੇ ਨੇ। ਉਸੇ ਸੰਬੰਧੀ ਨਵਾਂ ਐਲਾਨ ਜਲਦ ਹੋਵੇਗਾ। ਇਸ ਦੌਰਾਨ ਪ੍ਰੀਮੀਅਰ ਨੇ ਹੋਰ ਕੀ ਕੁਝ ਕਿਹਾ, ਤੁਹਾਨੂੰ ਵੀ ਸੁਣਾਉਂਦੇ ਹਾਂ। So on June 1st, we reopened classes for part-time instruction in classrooms, and I have to say that it's been a very positive experience for many. Clearly, when we started down this road, we were concerned, as were parents and some teachers and some other workers in the sector, that there might be health concerns. We've seen a gradual increase in the number of kids participating. We've seen a sense of relief on the faces of many, many parents who had been struggling, quite frankly, with homeschooling and trying to meet their other basic needs and requirements in the household. So this is good news for the vast majority of British Columbians, and we're confident this can be done in a way that protects the health and safety of teachers, children, and all participants in the K-12 system. We'll have more to say, of course, as the week goes by and into next week. But on balance, we're pretty positive. We're pretty positive with the outcome at this point, and we're going to keep working to make sure that people are safe and preparing for a full restart come September. The other major change June 1st was, of course, an increase in the minimum wage. The lowest paid workers in British Columbia received a 75-cent an hour pay increase, and that puts us number 2 in the country, behind Alberta, just a little bit ahead of Ontario. I believe that the least paid workers in British Columbia should not pay the brunt of the cost of COVID-19. We had planned for this increase 3 years ago when we put in place a yearly increase to get to $15 an hour by 2021, and with this increase we're on track to achieve that next year. I have heard from some businesses that they're concerned about the increase, but I've also heard from businesses that they have a host of other challenges, and we've been focusing on those, whether it be the cost of rent, whether they be concerned about being evicted from their premises while they're doing their business, and a range of other issues. So I understand that for some, the minimum wage is a challenge, but I know for many who are paid the least in the province, this is a welcome pay increase at a time when they desperately need it. ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜਦੇ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਤੋਂ ਕੀ ਹੋ ਗਏ ਨੇ ਕਰੋਨਾ ਵਾਇਰਸ ਸੰਬੰਧੀ ਅੰਕੜੇ ਤੇ ਨਾਲ ਹੀ ਹਰ ਸੂਬੇ ਤੋਂ ਕੀ ਨੇ ਹਾਲਾਤ। ਜੂਨ 30 ਤੋਂ ਕੈਨੇਡਾ ਬਾਰਡਰ ਖੋਲ੍ਹਣ ਲਈ ਕਰ ਸਕਦਾ ਵੱਡੇ ਐਲਾਨ ਤੇ ਜੂਨ 21 ਤੋਂ ਅਮਰੀਕਾ ਕੈਨੇਡਾ ਦੇ ਬਾਰਡਰ ਬਾਰੇ ਵੀ ਹੋ ਸਕਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਵਿੱਚ ਪੀਆਰ ਦੇ ਲਈ ਪੀਐਨਪੀ ਤਹਿਤ ਕੱਲ੍ਹ ਭੇਜੇ ਗਏ 241 ਇਨਵੀਟੇਸ਼ਨ, 105 ਰਿਹਾ ਘੱਟੋ ਘੱਟ ਸਕੋਰ। ਓਨਟਾਰੀਓ ਵਿੱਚ ਐਮਰਜੈਂਸੀ 'ਚ ਕੀਤਾ ਗਿਆ 4 ਹਫ਼ਤੇ ਦਾ ਹੋਰ ਵਾਧਾ, ਨਾਲ ਹੀ ਘਰਾਂ ਵਿੱਚ ਇਕੱਠ ਕਰਕੇ ਪਾਰਟੀਆਂ ਕਰਨ ਤੇ ਲੋਕਾਂ ਨੂੰ ਵਰਜਿਆ ਗਿਆ। ਟੋਰਾਂਟੋ ਵਿੱਚ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਨੇ 2 ਰੈਲੀਆਂ। ਕਾਲੇ ਭਾਈਚਾਰੇ ਦੇ ਹੱਕ 'ਚ ਹੋਣ ਵਾਲੀਆਂ ਰੈਲੀਆਂ ਨੂੰ ਸ਼ਾਂਤਮਈ ਰੱਖਣ ਦੇ ਦਿੱਤੇ ਜਾ ਰਹੇ ਨੇ ਸੰਦੇਸ਼। ਸਰੀ 'ਚ ਪਿਛਲੇ ਸਾਲ ਸੜਕ ਹਾਦਸੇ 'ਚ ਹੋਈ ਸੀ 19 ਸਾਲਾ ਨੌਜਵਾਨ ਬ੍ਰੈਂਡਨ ਪਾਸੀ ਦੀ ਮੌਤ ਮਾਮਲੇ ਵਿੱਚ ਗੱਡੀ ਚਲਾ ਰਹੇ ਨੌਜਵਾਨ ਦਿਲਪ੍ਰੀਤ ਸੰਧੂ ਤੇ 8 ਮਾਮਲੇ ਦਰਜ। ਸਰੀ ਦੇ ਘਰ 'ਚੋਂ ਪੁਲਿਸ ਨੂੰ ਮਿਲੇ ਹਥਿਆਰ, ਨਸ਼ੇ ਤੇ ਕੈਸ਼। ਨਸ਼ਾ ਤਸਕਰੀ ਨਾਲ ਸੰਬੰਧਿਤ ਹੈ ਮਾਮਲਾ। ਕੈਨੇਡਾ ਵਿੱਚ ਕੱਲ੍ਹ ਯਾਨੀ ਕਿ ਵੀਰਵਾਰ ਦੁਪਹਿਰ ਤੋਂ ਲਾਗੂ ਹੋ ਰਹੀਆਂ ਨੇ ਫੇਸ ਮਾਸਕ ਲਈ ਨਵੀਆਂ ਹਦਾਇਤਾਂ। ਖਬਰਾਂ 'ਚ ਦੱਸਾਂਗੇ ਪੂਰੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।